ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦਿੱਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਸਾਡੀ ਨਵੀਂ ਵੀਡੀਓ ਦੀ ਅਪਡੇਟ ਹੈ ਜਿਹੜੀ ਸਭ ਤੋਂ ਪਹਿਲਾਂ ਮਿਲ ਸਕੇ। हाँ जी स्टूडेंट्स, अज बेटा आप तुहाडे क्लास 5th साइंस का जो चैप्टर नंबर 1 है जिसका नेम है हैल्थ एंड हाइजीन, उसके बारे डिस्कस करांगे। सो सब तो पहला आप की है डेफिनेशन तो शुरू कर देंगे कि हैल्थ होंदी की है। सो हैल्थ की आप डेफिनेशन लिखिए तो हैल्थ इज़ अ state of complete physical and mental well-being। सो हैल्थ की है, हैल्थ कह दिए ਜਾਂ ਆਪਾਂ ਪੰਜਾਬੀ ਦੇ ਵਿੱਚ ਸਿਹਤ ਕਹਿ ਦਈਏ ਤਾਂ ਹੈਲਥ ਹੈ ਜੋ ਆਪਣਾ ਉਹ ਕੀ ਹੈ, ਇੱਕ ਕੰਪਲੀਟ ਤੌਰ ਤੇ ਕੀ ਹੈਗਾ ਆਪਣੇ ਸਰੀਰ ਦਾ, ਆਪਣੀ ਬਾਡੀ ਦਾ ਸਹੀ ਹੋਣਾ, ਫਿਜ਼ੀਕਲੀ ਤੌਰ ਤੇ ਐਂਡ ਮੈਂਟਲੀ ਤੌਰ ਤੇ ਆਪਾਂ ਟੋਟਲੀ ਤੌਰ ਤੇ ਕੀ ਹੈਗਾ ਸਹੀ ਹੋਈ ਉਸ ਨੂੰ ਆਪਾਂ ਕੀ ਕਹਾਂਗੇ ਹੈਲਥ। ਸੋ ਇੱਕ ਚੰਗੀ ਹੈਲਥ ਦੇ ਲਈ, ਇੱਕ ਗੁੱਡ ਹੈਲਥ ਦੇ ਲਈ ਕੀ ਹੈਗਾ ਕਾਫੀ ਚੀਜ਼ਾਂ ਦਾ ਕੀ ਹੈਗਾ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਗਾ। ਤਾਂ 1 ਬਾਏ 1 ਆਪਾਂ ਉਹਨਾਂ ਨੂੰ ਕੀ ਹੈਗਾ ਡਿਸਕਸ ਕਰਾਂਗੇ। ਜਿਵੇਂ ਕਿ ਆਪਾਂ ਕਹਿ ਦਈਏ ਕਿ ਫਸਟ ਆਫ ਆਲ ਹੈ ਆਪਣਾ ਫੂਡ। ਜੇ ਆਪਾਂ ਆਪਣਾ ਫੂਡ ਆ ਜੋ ਸਹੀ ਤਰੀਕੇ ਨਾਲ ਰਹਿ ਰਹੇਗੇ, ਸਹੀ ਮਾਤਰਾ ਦੇ ਵਿੱਚ ਅਤੇ ਸਹੀ ਕਿਸਮ ਦਾ ਆਪਾਂ ਭੋਜਨ ਖਾ ਰਹੇਗੇ, ਫੂਡ ਖਾ ਰਹੇਗੇ ਤਾਂ ਆਪਣੀ ਹੈਲਥ ਕੀ ਹੈਗਾ ਸਹੀ ਰਹੂਗੀ। ਇਸ ਦੇ ਲਈ ਕੀ ਹੈਗਾ ਆਪਾਂ ਨੂੰ ਫੂਡ ਤੋਂ ਹੀ ਕੀ ਹੈਗਾ ਕਈ ਤਰੀਕੇ ਦੇ ਐਵੇਂ ਦੇ ਨਿਊਟ੍ਰੀਐਂਟ ਮਿਲਦੇ ਨੇ ਜਿਹੜੇ ਆਪਣੀ ਬਾਡੀ ਨੂੰ ਕੀ ਹੈਗਾ ਡਿਵੈਲਪ ਕਰਦੇ ਨੇ, ਆਪਣੀ ਬਾਡੀ ਦੀ ਗਰੋਥ ਦੇ ਲਈ ਸਹੀ ਨੇ। सो फूड की हैगा फ्यूल फॉर आवर बॉडी। तो अपनी बॉडी की हैगा फ्यूल का काम करता, अपनी बॉडी ने जिन्ना भी वर्क अपनी बॉडी ने करना, जिन्नी भी एक्टिविटीज़ करनी वो फूड तो ही एनर्जी लैके आपको मिलेगी। सो फूड के विच की हैगा कई कंपोनेंट होंदे ने जिन्होंने आपां न्यूट्रीएंट्स कह देने। अपने फूड तो क्या आपको अलग अलग टाइप के न्यूट्रीएंट मिलते हैं, तत्त मिलते हैं जिहड़े कि अपनी बॉडी नूं ग्रो करने में हैल्प करते हैं। सो न्यूट्रीएंट्स की ने, न्यूट्रीएंट्स आर द सम एसेंशियल substances present in our food to grow and develop our body। सो न्यूट्रीएंट्स की ने कुछ एसेंशियल सबसटांसिस ने, कुछ जरूरी तत्त ने जिहड़े कि अपने फूड दे विच प्रेजेंट होंदे ने एंड अपनी बॉडी नूं ग्रो करने विच एंड डेवलप करने दे विच हैल्प करते हैं। सो कुछ अपने जोड़े फूड के मेन न्यूट्रीएंट ने आप हुण उन्हां दे बारे डिस्कस करांगे। फस्ट ऑफ ऑल है अपना कार्बोहाइड्रेट। सो इन्हां नूं आपां एक टेबल की हैल्प दे नाल की हैगा डिस्कस करांगे। सो फस्ट है तुहाडा न्यूट्रीएंट किहड़े ने, इन्हां दा की फंक्शन है एंड फूड इन रिच दिस न्यूट्रीएंट कि केड़े केड़े फूड तो अपने न्यूट्रीएंट ने जिहड़े वो मिलते हैं, आप उन्हां दे बारे डिस्कस करांगे। सो फस्ट ऑफ ऑल है अपने कोल कार्बोहाइड्रेट। सो कार्बोहाइड्रेट दे विच की आ जाऊगा, कार्बोहाइड्रेट ਆਪਾਂ ਨੂੰ ਕੀ ਹੈਗਾ એનર્ਜੀ ਜਿਹੜਾ ਪ੍ਰੋਵਾਈਡ ਕਰਦੇ ਨੇ। ਸੋ ਆਪਾਂ ਕੀ ਲਿਖਾਂਗੇ ਗਿਵ ਅਸ એનર્ਜੀ। ਸੋ ਕਾਰਬੋਹਾਈਡਰੇਟ ਦਾ ਫੰਕਸ਼ਨ ਹੈ ਕਿ ਇਹਨਾਂ ਨੇ ਆਪਣੀ ਬਾਡੀ ਨੂੰ ਕੀ ਦੇਣਾਗਾ એનર્ਜੀ ਜਿਹੜੀ ਪ੍ਰੋਵਾਈਡ ਕਰਦੇ ਨੇ। ਜਿੰਨਾ ਵੀ ਆਪਣਾ ਫੰਕਸ਼ਨ ਆ ਉਹ ਕੀ ਹੈਗਾ
ਕਾਰਬੋਹਾਈਡਰੇਟ ਤੋਂ એનર્ਜੀ ਜੋ ਮਿਲਦੀ ਹੈ ਉਸ ਦੇ ਦੁਆਰਾ ਹੀ ਹੁੰਦਾ ਗਾ। ਸੋ ਕੁਝ ਫੂਡ ਐਵੇਂ ਦੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਕਾਰਬੋਹਾਈਡਰੇਟ ਜਿਹੜੇ ਮਿਲਦੇ ਨੇ, ਜਿਵੇਂ ਕਿ ਆਪਾਂ ਕਹਿ ਦਈਏ ਕਿ ਕਰੀਲਸ ਹੋ ਗਏ, ਠੀਕ ਹੈ, ਕੌਰਨ ਹੋ ਗਈ, ਇਸ ਤੋਂ ਇਲਾਵਾ ਕੀ ਹੈਗਾ ਪੋਟੈਟੋ ਹੋ ਗਏ, ਐਂਡ ਆਪਾਂ ਕਹਿ ਸਕਦੇ ਕਿ ਹਨੀ। ਸੋ ਇਹ ਕੁਝ ਫੂਡ ਨੇ ਜਿਨ੍ਹਾਂ ਤੋਂ ਆਪਾਂ ਨੂੰ ਕਾਰਬੋਹਾਈਡਰੇਟ ਨੇ ਜਿਹੜੇ ਉਹ ਪ੍ਰਾਪਤ ਹੁੰਦੇ ਨੇ। ਨੈਕਸਟ ਹੈ ਤੁਹਾਡਾ ਫੈਟਸ। ਸੋ ਫੈਟਸ ਦਾ ਕੰਮ ਵੀ ਕੀ ਹੈਗਾ ਆਪਾਂ ਨੂੰ એનર્ਜੀ ਦੇਣਾ ਗਾ। ਸੋ ਆਪਾਂ ਲਿਖਦੇ ਹਾਂ ਗਿਵਸ ਅਸ એનર્ਜੀ। ਸੋ ਫੈਟਸ ਵੀ ਆਪਾਂ ਨੂੰ ਕੀ ਹੈ એનર્ਜੀ ਪ੍ਰੋਵਾਈਡ ਕਰਦੇ ਨੇ। ਐਂਡ ਇਹ ਜਿਹੜੇ ਕਾਰਬੋਹਾਈਡਰੇਟ ਦੇ ਕੰਪੈਰੀਜ਼ਨ ਫੈਟ ਤੋਂ ਆਪਾਂ ਨੂੰ ਜੋ એનર્ਜੀ ਆ ਉਹ ਜ਼ਿਆਦਾ ਮਿਲਦੀ ਹੈਗੀ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਵੈਜੀਟੇਬਲ ਆਇਲ 'ਚ ਹੋ ਗਏ, ਵੈਜੀਟੇਬਲ ਆਇਲ, ਠੀਕ ਹੈ, ਇਸ ਤੋਂ ਇਲਾਵਾ ਮਿਲਕ, ਬਟਰ ਤੋਂ ਇਲਾਵਾ ਘੀ, ਜਾਂ ਆਪਾਂ ਕਹਿ ਦਈਏ ਕਿ ਡਰਾਈ ਫਰੂਟਸ। ਤਾਂ ਇਹਨਾਂ ਤੋਂ ਆਪਾਂ ਨੂੰ ਕੀ ਹੈਗਾ ਜੋ ਫੈਟ ਆ ਉਹ ਆਪਾਂ ਨੂੰ ਬੋਡੀ ਨੂੰ ਮਿਲਦੀ ਹੈਗੀ। ਨੈਕਸਟ ਹੈ ਥਰਡ ਪੁਆਇੰਟ ਆਪਣਾ ਪ੍ਰੋਟੀਨਸ। ਸੋ ਪ੍ਰੋਟੀਨਸ ਕੀ ਨੇ ਆਪਣੀ ਬੋਡੀ ਨੂੰ ਗਰੋ ਕਰਨ ਦੇ ਲਈ, ਆਪਣੀ ਬੋਡੀ ਦੇ ਜਿਹੜੇ ਮਸਲਸ ਨੇ ਉਹਨਾਂ ਨੂੰ ਬਿਲਡ ਕਰਨ ਦੇ ਲਈ, ਐਂਡ ਆਪਣੀ ਬੋਡੀ ਵਿੱਚ ਜੋ ਸੈੱਲ ਡੈਮੇਜ ਹੋ ਜਾਂਦੇ ਨੇ, ਸਪੋਜ਼ ਕਰੋ ਕਈ ਵਾਰ ਆਪਾਂ ਨੂੰ ਇੰਜਰੀ ਹੋ ਜਾਂਦੀ ਹੈਗੀ ਜਾਂ ਕਿਸੇ ਡਿਜ਼ੀਜ਼ ਦੇ ਕਾਰਨ ਆਪਣੀ ਬੋਡੀ ਦੇ ਕੁਝ ਸੈੱਲ ਨੇ ਜਿਹੜੇ ਉਹ ਕਮਜ਼ੋਰ ਹੋ ਜਾਂਦੇ ਨੇ ਜਾਂ ਡੈਮੇਜ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਰਿਪੇਅਰ ਕਰਨ ਦੇ ਲਈ ਆਪਾਂ ਪ੍ਰੋਟੀਨ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈਗੀ। ਸੋ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਟੀਨਸ ਆਰ essential for growth and to repair damaged cells। ਸੋ ਪ੍ਰੋਟੀਨ ਨੇ ਜੋ ਆਪਣੀ ਬੋਡੀ ਨੂੰ ਕੀ ਹੈਗਾ ਰਿਪੇਅਰ ਕਰਨ ਵਿੱਚ, ਐਂਡ ਆਪਣੀ ਬੋਡੀ ਵਿੱਚ ਜੋ ਡੈਮੇਜਡ ਸੈੱਲ ਨੇ ਉਹਨਾਂ ਨੂੰ ਕੀ ਹੈਗਾ ਰਿਪੇਅਰ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸੋ ਇਹਨਾਂ ਨੂੰ ਆਪਾਂ ਬੋਡੀ ਬਿਲਡਿੰਗ ਫੂਡ ਵੀ ਕਹਿ ਦਿੰਦੇ ਹੈਗੇ। ਪ੍ਰੋਟੀਨਸ ਨੂੰ ਆਪਾਂ ਇੱਥੇ ਲਿਖ ਦਿੰਦੇ ਹੈਗੇ ਬੋਡੀ ਬਿਲਡਿੰਗ ਫੂਡ। ਸੋ ਪ੍ਰੋਟੀਨ ਨੂੰ ਆਪਾਂ ਬੋਡੀ ਬਿਲਡਿੰਗ ਫੂਡ ਵੀ ਕਹਿ ਦਿੰਦੇ ਹੈਗੇ। ਐਂਡ ਜਿਹੜੇ ਪ੍ਰੋਟੀਨਸ ਆਪਾਂ ਨੂੰ ਉਹ ਆਪਾਂ ਨੂੰ ਕਿਸ ਤੋਂ ਮਿਲਦੇ ਨੇ, ਮਿਲਕ, ਚੀਜ਼, ਇਸ ਤੋਂ ਇਲਾਵਾ ਫਿਸ਼, ਐਗਸ ਹੋ ਗਏ, ਐਂਡ ਪਲਸਿਸ। ਇਹ ਕੀ ਨੇ ਕੁਝ ਆਪਾਂ ਕਹਿੰਦੇ ਕਿ ਆਪਣੇ ਕੁਝ ਫੂਡ ਦੇ ਟਾਈਪਸ ਨੇ ਜਿਨ੍ਹਾਂ ਤੋਂ ਆਪਾਂ ਨੂੰ ਕੀ ਹੈਗਾ ਜਿਹੜੇ ਪ੍ਰੋਟੀਨਸ ਨੇ ਉਹ ਆਪਣੀ ਬੋਡੀ ਨੂੰ ਮਿਲਦੇ ਨੇ। ਐਂਡ ਨੈਕਸਟ ਨੰਬਰ 4 ਹੈ ਵਿਟਾਮਿਨਸ। ਐਂਡ ਵਿਟਾਮਿਨ ਦਾ ਜੋ ਫੰਕਸ਼ਨ ਹੈ, ਵਿਟਾਮਿਨ ਦਾ ਫੰਕਸ਼ਨ ਹੈਗਾ ਆਪਣੀ ਬੋਡੀ ਨੂੰ ਡਿਜ਼ੀਜ਼ ਤੋਂ ਪ੍ਰੋਟੈਕਟ ਕਰਨਾ। ਮੀਨਸ ਇਹ ਕੀ ਹੈਗਾ ਕੋਈ ਵੀ ਐਵੇਂ ਦੀ ਚੀਜ਼ ਹੈ ਜਿਸ ਤੋਂ ਆਪਾਂ ਨੂੰ ਡਿਜ਼ੀਜ਼ ਹੁੰਦੀਆਂ ਨੇ, ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਨਾਲ ਕੀ ਹੈਗਾ ਇਹ ਫਾਈਟ ਕਰਦੇ ਨੇ। ਸੋ ਆਪਾਂ ਕਹਿ ਸਕਦੇ ਹਾਂ ਕਿ ਵਿਟਾਮਿਨਸ ਹੈਲਪ ਆਵਰ ਬੋਡੀ fight against disease and keep us healthy। ਸੋ ਜੋ ਵਿਟਾਮਿਨਸ ਨੇ ਆਪਣੀ ਬੋਡੀ ਨੂੰ ਕੀ ਹੈਗਾ ਡਿਜ਼ੀਜ਼ ਤੋਂ ਕੀ ਹੈਗਾ ਪ੍ਰੋਟੈਕਟ ਕਰਦੇ ਨੇ, ਜਾਂ ਆਪਾਂ ਕਹਿੰਦੇ ਕਿ ਡਿਜ਼ੀਜ਼ ਦੇ ਨਾਲ ਫਾਈਟ ਕਰਦੇ ਨੇ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਜਿਹੜੇ ਆਪਣੇ ਫਰੂਟਸ ਨੇ, ਠੀਕ ਹੈ, ਫਰੂਟਸ ਹੋ ਗਏ, ਠੀਕ ਹੈ, ਫਰੂਟਸ ਹੋ ਗਏ, ਠੀਕ ਹੈ, ਐਗਸ ਹੋ ਗਏ, ਇਸ ਤੋਂ ਇਲਾਵਾ ਫਿਸ਼ਿਸ ਹੋ ਗਈਆਂ, ਠੀਕ ਹੈ, ਐਂਡ ਗ੍ਰੀਨ ਲੀਫ ਵੈਜੀਟੇਬਲਸ ਜੋ ਹੋ ਗਈਆਂ, ਤਾਂ ਉਹਨਾਂ ਤੋਂ ਆਪਾਂ ਨੂੰ ਜਿਹੜੇ ਵਿਟਾਮਿਨਸ ਨੇ ਉਹ ਮਿਲਦੇ ਨੇ। ਵਿਟਾਮਿਨਸ ਕਈ ਟਾਈਪ ਦੇ ਨੇ ਜਿਵੇਂ ਕਿ ਵਿਟਾਮਿਨ ਏ ਹੋ ਗਏ, ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਡੀ ਐਂਡ ਵਿਟਾਮਿਨ ਈ, ਇਸ ਤਰ੍ਹਾਂ ਵਿਟਾਮਿਨ ਕੇ।
ਤੇ ਕੀ ਨੇ ਕੁਝ ਟਾਈਪਸ ਨੇ ਜਿਹੜੀਆਂ ਵਿਟਾਮਿਨਸ ਨੇ ਆਪਣੀ ਬਾਡੀ ਨੂੰ ਜੋ ਚਾਹੀਦੀਆਂ ਨੇ। ਹਾਂਜੀ, ਨੈਕਸਟ ਹੈ ਤੁਹਾਡਾ ਮਿਨਰਲਸ। ਸੋ ਜੋ ਮਿਨਰਲਸ ਨੇ ਇਹ ਆਪਣੀ ਬਾਡੀ ਨੂੰ ਹੈਲਦੀ ਐਂਡ ਫਿਟ ਰੱਖਦੇ। ਸੋ ਆਪਾਂ ਦੇਖਦੇ ਹਾਂ ਕੀਪਸ ਆਵਰ ਬਾਡੀ ਹੈਲਦੀ ਐਂਡ ਫਿਟ। ਐਂਡ ਜੋ ਆਪਣੇ ਮਿਨਰਲਸ ਨੇ ਆਪਣੀ ਬਾਡੀ ਦੇ ਜੋ ਬੋਨਸ ਨੇ ਮਸਲਸ ਨੇ ਉਹਨਾਂ ਨੂੰ ਕੀ ਕਰਦੇ ਨੇ, ਮਜ਼ਬੂਤ ਬਣਾਉਂਦੇ ਨੇ। ਠੀਕ ਹੈ, ਜਿਵੇਂ ਕਿ ਆਪਾਂ ਕਹਦੇ ਕਿ ਮਿਨਰਲਸ ਦੇ ਵਿੱਚ ਆਪਾਂ ਕਹਦੇ ਕਿ ਆਇਰਨ ਹੋ ਗਏ, ਠੀਕ ਹੈ, ਕੈਲਸ਼ੀਅਮ ਹੋ ਗਿਆ, ਇਹ ਆਪਣੀ ਜਿਹੜੀਆਂ ਹੱਡੀਆਂ ਨੇ ਉਹਨਾਂ ਨੂੰ ਕੀ ਨੇ, ਮਜ਼ਬੂਤ ਬਣਾਉਂਦੇ ਨੇ। ਆਇਰਨ ਕੀ ਹੈ, ਆਪਣੇ ਜੋ ਬਲੱਡ ਹੈ ਉਸ ਨੂੰ ਕੀ ਨੇ, ਆਪਾਂ ਕਹਿੰਦੇ ਕਿ ਉਸ ਦੀ ਅਮਾਊਂਟ ਨੂੰ ਇਨਕਰੀਜ਼ ਕਰਦੇ ਨੇ। ਠੀਕ ਹੈ, ਅਤੇ ਕੀ ਨੇ ਕੁਝ ਆਪਾਂ ਕਹਿੰਦੇ ਕਿ ਜਿਵੇਂ ਆਇਓਡੀਨ ਹੋ ਗਿਆ ਤਾਂ ਆਪਣੀ ਬਾਡੀ ਨੂੰ ਇਹ ਕੀ ਕਰਦੇ ਨੇ, ਮਜ਼ਬੂਤ ਬਣਾਉਂਦੇ ਨੇ। ਐਂਡ ਜੋ ਆਪਣਾ ਫੂਡ ਆ ਗਿਆ ਜਿਸ ਤੋਂ ਇਹ ਆਪਾਂ ਨੂੰ ਪ੍ਰਾਪਤ ਹੁੰਦੇ ਨੇ, ਉਹਨਾਂ ਵਿੱਚ ਕੀ ਆ ਗਏ, ਗ੍ਰੀਨ ਲੀਵਸ ਵੈਜੀਟੇਬਲਸ ਆ ਗਈਆਂ, ਗ੍ਰੀਨ ਲੀਫੀ ਵੈਜੀਟੇਬਲਸ ਐਂਡ ਫਰੂਟ ਹੋ ਗਏ। ਫਰੂਟਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਐਗ ਐਂਡ ਸੌਲਟ। ਤਾਂ ਇਹ ਕੁਝ ਆਪਾਂ ਕਹਿੰਦੇ ਕਿ ਟਾਈਪ ਦੇ ਫੂਡ ਨੇ ਜਿਨ੍ਹਾਂ ਤੋਂ ਆਪਾਂ ਨੂੰ ਕੀ ਹੈਗਾ, ਮਿਨਰਲਸ ਦੀ ਜਿਹੜੀ ਪ੍ਰਾਪਤੀ ਆਪਣੀ ਬਾਡੀ ਨੂੰ ਉਹ ਹੁੰਦੀ ਹੈਗੀ। ਇਸ ਤੋਂ ਇਲਾਵਾ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਟਾਮਿਨਸ ਐਂਡ ਮਿਨਰਲਸ ਨੇ ਇਹ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦੇ ਨੇ। ਮੇਨ ਫੰਕਸ਼ਨ ਕੀ ਇਹਨਾਂ ਦਾ, ਆਪਣੀ ਬਾਡੀ ਨੂੰ ਪ੍ਰੋਟੈਕਟ ਕਰਨਾ। ਐਂਡ ਲਾਸਟ ਹੈ ਆਪਣਾ ਰਫੇਜ਼ ਐਂਡ ਵਾਟਰ। ਸੋ ਇਹ ਕੀ ਹੈਗਾ, ਇਹ ਵੀ ਆਪਣੀ ਬਾਡੀ ਦੇ ਲਈ ਜ਼ਰੂਰੀ ਨੇ। ਠੀਕ ਹੈ, ਇਹ ਕੀ ਆਪਣੀ ਬਾਡੀ ਨੂੰ ਫਾਈਬਰਸ ਨੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਨਾ। ਠੀਕ ਹੈ, ਐਂਡ ਆਪਣੀ ਜੋ ਬਾਡੀ ਦੇ ਵਿੱਚ ਅਨਡਾਈਜੈਸਟਡ ਫੂਡ ਆ ਉਸ ਨੂੰ ਫੂਡ ਨੂੰ ਕੀ ਹੈਗਾ ਬਾਡੀ ਦੇ ਵਿੱਚੋਂ ਬਾਹਰ ਕੱਢਣਾ। ਠੀਕ ਹੈ, ਸੋ ਇਹੀ ਕੀ ਹੈਗਾ ਇਹਨਾਂ ਦਾ ਕੀ ਹੈਗਾ ਮੇਨ ਫੰਕਸ਼ਨ ਹੋਗਾ। ਜੋ ਆਪਾਂ ਲਿਖ ਸਕਦੇ ਹੈਗੇ, ਦੇ ਹੈਲਪ ਅਸ ਟੂ ਗੈਟ ਰਿਡ of undigested food। ਠੀਕ ਹੈ, ਸੋ ਇਹ ਆਪਾਂ ਨੂੰ ਕੀ ਹੈਗਾ, ਆਪਾਂ ਨੂੰ ਟ੍ਰੀਲਸ ਤੋਂ ਮਿਲਦੇ ਹੈਗੇ। ਠੀਕ ਹੈ, ਗ੍ਰੀਨ ਵੈਜੀਟੇਬਲਸ ਤੋਂ ਪ੍ਰਾਪਤ ਹੁੰਦੇ ਹੈਗੇ ਐਂਡ ਇਸ ਤੋਂ ਇਲਾਵਾ ਫਰੂਟਸ ਤੋਂ। ਐਂਡ ਵਾਟਰ ਆ ਜੋ ਮੇਨ ਕੰਪੋਨੈਂਟ ਆਪਣੇ ਫੂਡ ਦਾ, ਜਿਹੜਾ ਕਿ ਆਪਣੀ ਬਾਡੀ ਦੇ ਲਈ ਬਹੁਤ ਹੀ ਜ਼ਰੂਰੀ ਹੈ। 2/3 ਹਿੱਸਾ ਜਿਹੜਾ ਆਪਣੀ ਬਾਡੀ ਦਾ ਉਹ ਕੀ ਹੈਗਾ, ਵਾਟਰ ਦੇ ਨਾਲ ਹੀ ਕਵਰ ਹੈਗਾ। ਐਂਡ ਜੋ ਆਪਾਂ ਦੇਖਿਆ ਹੈਗਾ ਕਿ ਕਾਰਬੋਹਾਈਡਰੇਟ ਹੋ ਗਏ ਐਂਡ ਫੈਟਸ ਹੋ ਗਈਆਂ। ਠੀਕ ਹੈ, ਤਾਂ ਇਹ ਇਹਨਾਂ ਦਾ ਮੇਨ ਫੰਕਸ਼ਨ ਹੈ ਆਪਣੀ ਬਾਡੀ ਨੂੰ ਐਨਰਜੀ ਪ੍ਰੋਵਾਈਡ ਕਰਨੀ। ਬਟ ਪ੍ਰੋਟੀਨ ਹੋ ਗਏ, ਵਿਟਾਮਿਨਸ ਹੋ ਗਏ, ਮਿਨਰਲਸ ਹੋ ਗਏ, ਇਹ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦੇ ਨੇ। ਆਪਣੀ ਬਾਡੀ ਨੂੰ ਪ੍ਰੋਟੀਨ ਆਪਣੀ ਬਾਡੀ ਨੂੰ ਬਿਲਡ ਕਰਨ ਵਿੱਚ ਹੈਲਪ ਕਰਦੇ ਨੇ। ਮਿਨਰਲਸ ਐਂਡ ਵਿਟਾਮਿਨਸ ਨੇ ਜਿਹੜੇ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦੇ ਨੇ। ਨੈਕਸਟ ਹੈ ਤੁਹਾਡਾ ਬੈਲੈਂਸਡ ਡਾਈਟ। ਬੈਲੈਂਸਡ ਡਾਈਟ। ਸੋ ਬੈਲੈਂਸਡ ਡਾਈਟ ਦਾ ਮੀਨਿੰਗ ਕੀ ਹੈਗਾ, ਬੈਲੈਂਸਡ ਡਾਈਟ ਉਹ ਡਾਈਟ ਹੁੰਦੀ ਹੈਗੀ ਜਿਹਦੇ ਵਿੱਚ ਜਿੰਨੇ ਵੀ ਆਪਾਂ ਨੂੰ ਨਿਊਟਰੀਐਂਟਸ ਆਪਣੇ ਪੜ੍ਹੇ ਨੇ, ਜਿਵੇਂ ਕਾਰਬੋਹਾਈਡਰੇਟ ਹੋ ਗਏ, ਵਿਟਾਮਿਨਸ ਹੋ ਗਏ, ਪ੍ਰੋਟੀਨਸ ਹੋ ਗਏ, ਮਿਨਰਲਸ ਹੋ ਗਏ, ਠੀਕ ਹੈ, ਫੈਟਸ ਹੋ ਗਈਆਂ, ਤਾਂ ਇਹ ਕੀ ਹੈਗਾ ਸਾਰੇ ਹੀ ਇੱਕ ਸਹੀ ਪ੍ਰਪੋਰਸ਼ਨ ਦੇ ਵਿੱਚ, ਸਹੀ ਕੁਆਂਟੀਟੀ ਦੇ ਵਿੱਚ ਹੋਣ। ਉਸ ਡਾਈਟ ਨੂੰ ਹੀ ਆਪਾਂ ਇੱਕ ਬੈਲੈਂਸ ਡਾਈਟ ਕਹਾਂਗੇ। ਜਿਵੇਂ ਆਪਾਂ ਡਿਫਾਈਨ ਕਰਦੇ ਇਸ ਨੂੰ, ਅ ਡਾਈਟ that contains the right proportion, ਜਾਂ ਆਪਾਂ ਅਮਾਊਂਟ ਲਿਖ ਸਕਦੇ ਹੈਗੇ, ਅਮਾਊਂਟ of different nutrients, phase and water needed for the proper
functioning of our body is called balanced diet। सो बैलेंस्ड डाइट वो आ गई कि वो डाइट वो खाना जो जिस विच अपनी बॉडी नूं की आगा प्रॉपर न्यूट्रीएंट्स ने जिहड़े वो मिलना। सो अपना की आ गया बैलेंस्ड डाइट। सो ये से अपना फूड के बारे। नैक्सट है तुहाडा डिजीज़ के बारे। सो डिजीज़ की ने आप इन्हों डिफाइन करते हैं। डिजीज़ आप जा कहते डिजीज़ कह दी जा बीमारी कह दिए। अ डिजीज़ is a condition in which our body or a part of it does not function प्रॉपरली। सो डिजीज़ की आ गई, डिजीज़ अपनी बॉडी की वो कंडीशन आ गई जिहदे विच की हैगा अपनी जो बॉडी हैगी जां बॉडी का कोई भी पार्ट है जो सही तरीके नाल काम नहीं करता, उसनूं आपां कहांगे डिजीज़। सो डिजीज़ ने जिहड़ियां मेनली 2 टाइप्स के हुंदे ने। सो फस्ट है तुहाडी कम्युनिकेबल डिजीज़। नेक्स्ट है नॉन कम्युनिकेबल डिजीज़। सो फस्ट आप कम्युनिकेबल डिजीज़ के बारे गल करांगे। कम्युनिकेबल डिजीज़ किहड़ियां हुंदियां ने? सो कम्युनिकेबल डिजीज़ वो डिजीज़ आ गई जिवें कि नेम तो ही इसके क्लीयर आ कम्युनिकेबल। कम्युनिकेबल मीनस जिहड़ा दूसरे नाल गलबात कर सकदा। सो कम्युनिकेबल डिजीज़ किहड़ियां हैगियां? वो डिजीज़ जिहड़ियां एक परसन तो दूसरे परसन नूं हो जांदियां ने। ठीक है, जिहड़े इन्फैक्शन के कारण एक परसन तो दूसरे परसन नूं हो जांदे ने वो हुंदे ने अपने कम्युनिकेबल डिजीज़। जिवें कि आपां कह दईए कि द डिजीज़ दैट spread means फैलना from one person to another are called communicable disease। ठीक है बेटा। सो कम्युनिकेबल डिजीज़ वो हो गई जिहड़े कि एक परसन तो दूसरे परसन नूं हो जांदे ने। ये जो डिजीज़ ने ये अपनिया वायरस के कारण, बैक्टीरिया के कारण जां फिर प्रोटोजोआ के कारण होंदे ने। जिवें हुण आपां एग्जाम्पल लैंदे जिवें कि हुण कोरोना वायरस के कारण डिजीज़ फैली हुई हैगी तो वह की हैगा कम्युनिकेबल डिजीज़ हो, क्योंकि वो एक परसन तो दूसरे परसन नूं हो जांदे ने। इसलिए आपां नूं कहा जाता कि आपां नूं घर विच ही रहना चाहिए। ठीक है, तो किहड़ियां हैगियां अपनियां कुछ कम्युनिकेबल डिजीज़ आ गया। जिवें कि आपां कह दईए कि कॉमन कोल्ड हो गया। एग्जाम्पल लैंदे आपां कॉमन कोल्ड जो जुकाम एक परसन तो की हैगा दूसरे परसन नूं हो जाता है। ये की हो गया अपना कम्युनिकेबल डिजीज़ होगी। इस तो इलावा मलेरिया। ठीक है, तो ये अपना कम्युनिकेबल डिजीज़ आ गया। नॉन कम्युनिकेबल डिजीज़ किहड़ियां हुंदियां ने? जिहड़ियां कि किसी एक परसन तो दूसरे परसन नूं नहीं हुंदियां। सो आप डिफाइन कर सकते हैं कि द डिजीज़ दैट डू नॉट spread from one person to another are called
नॉन कम्युनिकेबल डिजीज़। सो ये डिजीज़ ने ਜਿਹੜੇ ਮੇਨਲੀ ਕਿਸੇ ਨਾ ਕਿਸੇ ਨਿਊਟ੍ਰੀਐਂਟ ਦੀ ਕਮੀ ਕਾਰਨ ਹੁੰਦੇ ਨੇ। ਨਾਨ ਕਮਿਊਨੀਕੇਬਲ ਡਿਜ਼ੀਜ਼ ਜਿਹੜੇ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਨਹੀਂ ਹੁੰਦੀਆਂ। ਸੋ ਇਹ ਡਿਜ਼ੀਜ਼ ਨੇ ਜਿਹੜੀਆਂ ਉਹ ਉਹੀ ਡਿਜ਼ੀਜ਼ ਹੁੰਦੀਆਂ ਨੇ ਜਿਹੜੀਆਂ ਕੀ ਹੈਗਾ ਕਿਸੇ ਨਾ ਕਿਸੇ ਕਮੀ ਦੇ ਕਾਰਨ ਹੁੰਦੀਆਂ ਨੇ। ਆਪਣੀ ਬੋਡੀ ਵਿੱਚ ਕਿਸੇ ਨਿਊਟ੍ਰੀਐਂਟ ਦੀ ਕਮੀ ਰਹਿ ਜਾਂਦੀ ਕਿ ਉਸ ਦੇ ਕਾਰਨ ਇਹ ਡਿਜ਼ੀਜ਼ ਨੇ ਜਿਹੜੀਆਂ ਉਹ ਹੁੰਦੀਆਂ ਨੇ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਬੋਨਸ ਜਾਂ ਟੀਥ ਦੇ ਵਿੱਚ ਕੀ ਹੈਗਾ ਕੈਵਿਟੀਜ਼ ਹੋਣਾ, ਠੀਕ ਹੈ, ਇਹ ਕਮਿਊਨੀਕੇਬਲ ਨਹੀਂ ਗਿਆ। ਤਾਂ ਇਹ ਕਿਹੜੇ ਨੇ ਆਪਣੀਆਂ ਨੌਨ ਆਪਣਾ ਕਮਿਊਨੀਕੇਬਲ ਨਹੀਂ ਗਏ, ਇਹ ਆਪਣਾ ਕਿਸੇ ਨਾ ਕਿਸੇ ਨਿਊਟ੍ਰੀਐਂਟ ਦੀ ਕਮੀ ਦੇ ਕਾਰਨ ਹੁੰਦੇ ਨੇ। ਇਸ ਲਈ ਆਪਾਂ ਇਹਨਾਂ ਨੂੰ ਨੌਨ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਨੇ ਕਿਉਂਕਿ ਇਹ ਇੱਕ ਪਰਸਨ ਤੋਂ ਦੂਸਰੇ ਪਰਸਨ ਨੂੰ ਨਹੀਂ ਹੁੰਦੀਆਂ। ਆਪਾਂ ਇਹਦੇ 'ਚ ਐਗਜ਼ਾਮਪਲ ਲੈ ਲੈਣੇ ਕਿ ਗੋਇਟਰ ਦੀ, ਜਿਹੜਾ ਕਿ ਆਇਓਡੀਨ ਦੀ ਕਮੀ ਦੇ ਕਾਰਨ ਹੁੰਦਾ ਗਾ। ਆਪਾਂ ਕਈ ਹਾਂਜੀ ਨੈਕਸਟ ਹੈ ਤੁਹਾਡਾ ਵੈਕਸੀਨੇਸ਼ਨ। ਸੋ ਵੈਕਸੀਨੇਸ਼ਨ ਕੀ ਹੈਗਾ? ਵੈਕਸੀਨੇਸ਼ਨ ਹੈ ਟੀਕਾਕਰਨ। ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਕਿ ਟੀਕਾਕਰਨ, ਠੀਕ ਹੈ। ਸੋ ਜਿਵੇਂ ਆਪਾਂ ਦੇਖਦੇ ਹਾਂ ਕਿ ਜੋ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਪੋਲੀਓਜ਼ ਦੇ ਜਿਹੜੇ ਡ੍ਰੌਪਸ ਨੇ ਜਿਹੜੀਆਂ ਪਿਲਾਈਆਂ ਜਾਂਦੀਆਂ ਨੇ, ਠੀਕ ਹੈ, ਜਾਂ ਟੈਟਸ ਦਾ ਜਿਹੜਾ ਟੀਕਾ ਲਗਾਇਆ ਜਾਂਦਾ ਗਾ, ਤਾਂ ਉਹ ਕੀ ਆ, ਉਹ ਵੈਕਸੀਨੇਸ਼ਨ ਹੀ ਹੈ। ਮੀਨਸ ਕਿ ਵੈਕਸੀਨੇਸ਼ਨ ਦਾ ਕੀ ਹੈਗਾ, ਇੱਕ ਐਵੇਂ ਦਾ ਮੈਥਡ ਆ ਗਿਆ ਜਿਹਦੇ ਵਿੱਚ ਕੀ ਹੈਗਾ ਆਪਾਂ ਜੋ ਕਮਿਊਨੀਕੇਬਲ ਡਿਜ਼ੀਜ਼ ਨੇ ਉਹਨਾਂ ਤੋਂ ਬਚ ਸਕਦੇ ਹਾਂ। ਮੀਨਸ ਜਿਹੜੇ ਬੱਚੇ ਕੀ ਹੈਗਾ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਟੈਟਨਸ ਦਾ ਜਿਹੜਾ ਇੰਜੈਕਸ਼ਨ ਆ ਉਹ ਲਗਾਇਆ ਜਾਂਦਾ ਗਾ, ਤਾਂ ਉਹਨਾਂ ਨੂੰ ਕੀ ਹੈਗਾ ਕਿਸੇ ਵੀ ਆਇਰਨ ਦੀ ਕੋਈ ਚੀਜ਼ ਦੇ ਨਾਲ ਕੋਈ ਕੱਟ ਲੱਗਿਆ ਜਾਂਦਾ ਗਾ, ਤਾਂ ਉਹਨਾਂ ਨੂੰ ਕੀ ਹੈਗਾ ਉਹ ਡਿਜ਼ੀਜ਼ ਜਿਹੜੀ ਉਹ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਬੋਡੀ ਵਿੱਚ ਪਹਿਲਾਂ ਤੋਂ ਹੀ ਉਸ ਚੀਜ਼ ਦਾ ਵੈਕਸੀਨ ਜਿਹੜਾ ਉਹ ਲੱਗਿਆ ਹੈਗਾ। ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਜਿਵੇਂ ਕਿ ਆਪਾਂ ਨੂੰ ਕੀ ਹੈਗਾ ਫੀਵਰ ਹੋ ਜਾਂਦਾ ਗਾ ਤਾਂ ਇੰਜੈਕਸ਼ਨ ਲਵਾ ਲੈਣੇ ਗੇ, ਤਾਂ ਉਹਦੇ ਨਾਲ ਕੀ ਹੈਗਾ ਆਪਣੀ ਬੋਡੀ ਕੀ ਹੈਗੀ ਸਹੀ ਹੋ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਹੀ ਆਪਾਂ ਹੈਲਥ ਦੇ ਵਿੱਚ ਕਾਊਂਟ ਕਰ ਦਾਂਗੇ। ਵੈਕਸੀਨੇਸ਼ਨ ਵੀ ਕੀ ਹੈਗਾ ਇੱਕ ਹੈਲਥ ਦੇ ਵਿੱਚ ਹੀ ਆਪਾਂ ਇਸ ਨੂੰ ਕਾਊਂਟ ਕਰ ਦਾਂਗੇ ਕਿ ਇਹ ਵੀ ਤਰੀਕਾ ਹੈ ਇੱਕ ਆਪਣੀ ਬੋਡੀ ਨੂੰ ਫਿਟ ਰੱਖਣ ਦਾ, ਹੈਲਦੀ ਰੱਖਣ ਦਾ, ਠੀਕ ਹੈ ਬੇਟਾ। ਸੋ ਆਪਾਂ ਕਹਿ ਸਕਦੇ ਕਿ ਵੈਕਸੀਨੇਸ਼ਨ ਦਿਸ ਇਜ਼ ਅ ਇਫੈਕਟਿਵ ਵੇ of preventing communicable disease, ठीक है। तो ये क्या है अपने वैक्सीन्स आ गए। जिमें कि आप एग्जाम्पल ले लेंगे, फस्ट है तुहाडा पोलियो वैक्सीन, ठीक है, ਜਾਂ पोलियो दी ਜਿਹੜੀਆਂ ਡ੍ਰੌਪਸ ਹੁੰਦੇ ਨੇ ਆਪਾਂ ਨੂੰ ਜੋ ਪੋਲੀਓ ਦੀ ਜੋ ਡਿਜ਼ੀਜ਼ ਹੈ ਉਸ ਤੋਂ ਉੱਪਰ ਆਪਾਂ ਨੂੰ ਪ੍ਰੋਟੈਕਟ ਕਰਦੇ ਨੇ। ਸੈਕੰਡ ਹੈ ਤੁਹਾਡਾ DPT ਵੈਕਸੀਨ, ਜਿਹੜਾ ਕਿ ਆਪਾਂ ਨੂੰ ਡਿਪਥੀਰੀਆ, pertussis ਐਂਡ ਟੈਟਨਸ ਦੀ ਜੋ ਬਿਮਾਰੀ ਹੈ ਉਸ ਤੋਂ ਆਪਾਂ ਨੂੰ ਪ੍ਰੋਟੈਕਟ ਕਰਦੇ ਨੇ। ਥਰਡ ਹੈ ਤੁਹਾਡਾ MMR, ਜਿਹੜਾ ਕਿ ਆਪਣੀ ਬੋਡੀ ਨੂੰ ਮੀਜ਼ਲਸ, ਮੰਪਸ ਐਂਡ ਰੂਬੇਲਾ ਨਾਮ ਦੀ ਜੋ ਡਿਜ਼ੀਜ਼ ਹੈ ਇਹਨਾਂ ਤੋਂ ਆਪਾਂ ਨੂੰ ਪ੍ਰੋਟੈਕਟ ਕਰਦੇ ਨੇ। ਨੈਕਸਟ ਪੁਆਇੰਟ ਹੈ ਤੁਹਾਡਾ ਹੈਲਥ ਦੇ ਵਿੱਚ ਜੋ ਆਪਾਂ ਕਾਊਂਟ ਕਰ ਦਾਂਗੇ ਉਹ ਹੈ ਤੁਹਾਡਾ ਹਾਈਜੀਨ। ਹਾਈਜੀਨ ਹੈ ਕਿ ਆਪਣੀ ਬੋਡੀ ਨੂੰ ਸਹੀ ਰੱਖਣਾ, ਕਲੀਨ ਰੱਖਣਾ। ਸੋ ਆਪਾਂ ਇਸ ਨੂੰ ਡਿਫਾਈਨ ਕਰ ਸਕਦੇ ਹਾਂ। ਹਾਈਜੀਨ ਡਿਫਾਈਨ ਐਜ਼ ਗੁੱਡ ਹੈਬਿਟ that ensure cleanliness and good health। ਸੋ ਇਹਦੇ ਵਿੱਚ ਕੀ ਹੈਗਾ ਕਿ ਆਪਣੀ ਬੋਡੀ ਨੂੰ, ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ, ਠੀਕ ਹੈ। ਤਾਂ ਉਹਦੇ ਨਾਲ ਕੀ ਹੈਗਾ ਆਪਾਂ ਨੂੰ ਜੋ ਡਿਜ਼ੀਜ਼ ਦਾ ਜੋ ਖਤਰਾ ਹੈਗਾ ਉਹ ਕੀ ਹੋ ਜਾਊਗਾ, ਘਟ ਜਾਂਦਾ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੂੰ, ਠੀਕ ਹੈ, हैंड वॉश करने चाहिए कि खाना खाने तो पहला एंड खाना खाने तो बाद। नैक्सट आपां नूं कह सकते हैं कि वी शुड बाथ डेली आपां नूं क्या नहाना चाहिए ताकि अपनी बॉडी विच जो डैड सैल्स ने, जो जर्म्स ने, डस्ट पार्टिकल्स ने, वो इन्होंने आप रिमूव कर सके। थर्ड पॉइंट है
we should brush our teeth twice daily। ਆਪਾਂ ਨੂੰ ਹਰ ਰੋਜ਼ ਕੀ ਹੈਗਾ 2 ਟਾਈਮ ਕੀ ਹੈਗਾ ਆਪਾਂ ਨੂੰ ਜਿਹੜਾ ਆਪਣੇ ਟੀਥ ਨੇ ਉਹ ਬਰਸ਼ ਕਰਨੇ ਚਾਹੀਦੇ ਨੇ। ਠੀਕ ਹੈ। ਨੈਕਸਟ ਆਪਾਂ ਕਹਿ ਸਕਦੇ ਹਾਂ ਕਿ ਕੱਟ ਆਵਰ ਨੇਲਸ ਨੇ ਜੋ ਆਪਾਂ ਨੂੰ ਕੀ ਹੈਗਾ ਕੱਟ ਕਰਕੇ ਰੱਖਣੇ ਚਾਹੀਦੇ ਨੇ। ਠੀਕ ਹੈ। ਸੋ ਆਪਾਂ ਨੂੰ ਕੀ ਹੈਗਾ ਆਪਣੇ ਆਲੇ ਦੁਆਲੇ ਦੀ ਕੀ ਹੈਗਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਗਾ ਕਲੀਨ ਰੱਖਣਾ ਚਾਹੀਦਾ। ਆਪਾਂ ਕਹਿ ਸਕਦੇ ਹਾਂ ਕਿ ਵੀ ਸ਼ੁੱਡ ਆਲਵੇਜ਼ ਕੀਪ ਆਵਰ ਸਰਾਊਂਡਿੰਗ ਕਲੀਨ। ਆਪਾਂ ਨੂੰ ਕੀ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈਗੀ। ਨੈਕਸਟ ਪੁਆਇੰਟ ਆਪਾਂ ਕਹਿ ਸਕਦੇ ਹਾਂ ਕਿ ਐਕਸਰਸਾਈਜ਼ ਕਿ ਆਪਾਂ ਨੂੰ ਡੇਲੀ ਕੀ ਹੈਗਾ ਜੋ ਐਕਸਰਸਾਈਜ਼ ਉਹ ਕਰਨੀ ਚਾਹੀਦੀ ਕਿ ਜਿਵੇਂ ਕਿ ਵਾਕਿੰਗ ਹੋ ਗਿਆ। ਠੀਕ ਹੈ। ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਸਾਈਕਲਿੰਗ ਹੋ ਗਿਆ। ਠੀਕ ਹੈ। ਤਾਂ ਇਹ ਕੀ ਹੈਗਾ ਆਪਾਂ ਨੂੰ ਕੀ ਹੈਗਾ ਐਵੇਂ ਦੇ ਜੋ ਆਊਟਡੋਰ ਗੇਮਸ ਨੇ ਉਹ ਖੇਡਣੇ ਚਾਹੀਦੇ ਨੇ ਜਿਵੇਂ ਕਿ ਕ੍ਰਿਕਟ ਹੋ ਗਈ। ਠੀਕ ਹੈ। ਫੁੱਟਬਾਲ ਹੋ ਗਈ। ਐਵੇਂ ਦੇ ਆਪਾਂ ਨੂੰ ਗੇਮਸ ਜਿਹੜੀਆਂ ਖੇਡਣੀਆਂ ਚਾਹੀਦੀਆਂ ਨੇ। ਠੀਕ ਹੈ ਪੁੱਤਰ। ਨੈਕਸਟ ਹੈ ਤੁਹਾਡਾ ਰੈਸਟ। ਠੀਕ ਹੈ। ਆਪਣੀ ਬਾਡੀ ਨੂੰ ਕੀ ਹੈਗਾ ਪ੍ਰੋਪਰ ਆ ਜੋ ਰੈਸਟ ਹੋਣੀ ਚਾਹੀਦੀ ਹੈਗੀ। ਠੀਕ ਹੈ। ਰਾਤ ਦੇ ਸਮੇਂ ਕੀ ਹੈਗਾ ਆਪਾਂ ਨੂੰ ਜਲਦੀ ਸੋਣਾ ਚਾਹੀਦਾ ਐਂਡ ਸਵੇਰੇ ਟਾਈਮ ਦੇ ਨਾਲ ਉੱਠਣਾ ਚਾਹੀਦਾ ਗਾ। ਠੀਕ ਹੈ। ਨੈਕਸਟ ਹੈ ਤੁਹਾਡਾ ਪੋਸਚਰ ਕੀ ਹੈ ਆਪਣਾ ਬੈਠਣ ਤੁਰਨ ਜਾਂ ਸੌਣ ਦਾ ਸਹੀ ਤਰੀਕਾ ਕਿ ਆਪਾਂ ਨੂੰ ਕੀ ਹੈਗਾ ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਗਾ ਸਹੀ ਤਰੀਕੇ ਨਾਲ ਤੁਰਨਾ ਚਾਹੀਦਾ ਗਾ ਸਹੀ ਤਰੀਕੇ ਨਾਲ ਹੀ ਆਪਾਂ ਨੂੰ ਸੋਣਾ ਚਾਹੀਦਾ ਗਾ। ਸੋ ਪੋਸਚਰ ਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ ਕਿ ਪੋਸਚਰ is a position in which we hold our body when we sit, stand or move कि ਆਪਾਂ ਖੜੇ ਹੋਣ ਦਾ ਤਰੀਕਾ ਕੀ ਹੈ ਬੈਠਣ ਦਾ ਤਰੀਕਾ ਕੀ ਹੈਗਾ ਤੁਰਨ ਦਾ ਤਰੀਕਾ ਕੀ ਹੈਗਾ ਉਹ ਕੀ ਆਪਣਾ ਸਹੀ ਹੋਣਾ ਚਾਹੀਦਾ। ਸੋ ਇਹ ਸੀ ਆਪਣਾ ਚੈਪਟਰ ਤੁਹਾਡਾ ਹੈਲਥ ਐਂਡ ਹਾਈਜੀਨ।